ਨਤੀਜੇ ਵਿੱਚ ਆਉਂਗਾ ਸਵਾਂ ਬਣ ਕੇ। ਹਰਚਰਨ ਸਿੰਘ ਦੇ ਕਤਲ ਮਾਮਲੇ ਨੂੰ ਦੇਖਦੇ ਹੋਏ ਇੰਜ ਜਾਪਦਾ ਜਿਵੇਂ ਕਿ ਦੁਨੀਆ ਜਲਾਦਾਂ ਦੇ ਨਾਲ ਭਰੀ ਹੋਵੇ। ਪਤਾ ਨਹੀਂ ਕਿਉਂ ਸਮਾਜ ਅਤੇ ਇਨਸਾਨੀਅਤ ਨੂੰ ਜ਼ਖਮ ਦੇ ਰਹੇ ਨੇ ਇਹ ਜਿਹੇ ਲੋਕ। ਵਕੀਲ ਦੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਹਰਚਰਨ ਸਿੰਘ ਦਾ ਕਤਲ ਹੋਇਆ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਗੱਲਾਂ ਦੇ ਵੱਡੇ ਖੁਲਾਸੇ ਕੀਤੇ ਗਏ ਨੇ। ਉਸ ਬੱਚੇ ਦੀ ਨਾ ਸਿਰਫ ਲੱਤਾਂ ਤੋੜੀਆਂ ਗਈਆਂ ਸਗੋਂ ਗਰਦਨ ਵੀ ਟੁੱਟੀ ਹੋਈ ਪਾਈ ਗਈ ਸੀ। ਵਕੀਲ ਸੁਨੀਲ ਮੱਲਣ ਦੇ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ, ਵੱਡਾ ਖੁਲਾਸਾ ਵੀ ਕੀਤਾ ਗਿਆ ਕਿ ਬੱਚੇ ਦੀ ਲਾਸ਼ ਤੇ ਨਿਸ਼ਾਨ ਦਿਖੇ, ਗਲੇ ਦੇ ਉੱਪਰ ਨਿਸ਼ਾਨ ਦਿਖੇ, ਲਾਸ਼ਾਂ ਪਈਆਂ ਹੋਈਆਂ ਸੀ, ਨੀਲ ਪਏ ਹੋਏ ਸਨ, ਗਰਦਨ ਹਰਚਰਨ ਸਿੰਘ ਦੀ ਟੁੱਟੀ ਹੋਈ ਸੀ। ਤੁਸੀਂ ਸੋਚ ਨਹੀਂ ਸਕਦੇ ਕਿ ਕਿੰਨੀ ਬੇਰਹਿਮੀ ਦੇ ਨਾਲ ਉਸ ਬੱਚੇ ਨੇ ਤੜਪ ਕੇ ਆਪਣੇ ਆਖਰੀ ਸਮੇਂ ਦੇ ਵਿੱਚ ਜਾਨ ਗਵਾਈ ਹੋਣੀ ਹੈ। ਕਰੰਟ ਇੱਕ ਲੱਤ ਤੇ ਅੱਗੇ ਅਤੇ ਪਿੱਛੇ ਲੱਗਿਆ ਹੋਇਆ ਸੀ, ਪੈਰਾਂ ਤੇ ਮਿੱਟੀ ਸੀ ਪਰ ਚੱਪਲ ਤੇ ਮਿੱਟੀ ਨਹੀਂ ਸੀ। ਅਜਿਹੀਆਂ ਕਿੰਨੀਆਂ ਹੀ ਗੱਲਾਂ ਹੁਣ ਸਾਹਮਣੇ ਆ ਰਹੀਆਂ ਨੇ, ਜਿਸ ਤੋਂ ਬਾਅਦ ਸਾਫ਼ ਤੌਰ ਤੇ ਵਕੀਲ ਸਾਹਿਬ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ, ਵੱਡਾ ਖੁਲਾਸਾ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਕਿ ਹਰਚਰਨ ਸਿੰਘ ਦਾ ਕਤਲ ਕੀਤਾ ਗਿਆ। ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹਰਚਰਨ ਸਿੰਘ ਦਾ ਕਤਲ ਕੀਤਾ ਗਿਆ। 302 ਦੀ ਧਾਰਾ ਲੱਗ ਚੁੱਕੀ ਹੈ ਕੁੜੀ ਦੇ ਪਰਿਵਾਰ ਤੇ, ਪਰ ਉਸ ਦੇ ਬਾਵਜੂਦ ਵੀ ਆਖਿਰਕਾਰ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾ ਰਿਹਾ, ਇਸ ਬਾਰੇ ਪੁਲਿਸ ਭਲੀ ਭਾਂਤੀ ਜਾਣਦੀ ਹੈ। ਤਾਰਾਂ ਉਸ ਜਗ੍ਹਾ ਤੇ ਹੁਣ ਹੈ ਹੀ ਨਹੀਂ। ਕਿਹਾ ਜਾ ਰਿਹਾ ਸੀ ਕਿ ਉਹ ਖੇਤ ਗਵਾਂਢੀਆਂ ਦੇ ਨੇ, ਪਰ ਗਵਾਂਢੀਆਂ ਦੇ ਵੱਲੋਂ ਵੀ ਸਾਫ਼ ਇਨਕਾਰ ਕਰ ਦਿੱਤਾ ਗਿਆ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਜਲੀ ਦੀ ਤਾਰ ਨਹੀਂ ਲਗਾਈ ਗਈ। ਨਾ ਤਾਂ ਉਸ ਥਾਂ ਤੇ ਉਹ ਬਿਜਲੀ ਵਾਲੇ ਖੰਭੇ ਦਿਖੇ ਅਤੇ ਨਾ ਹੀ ਉਹ ਤਾਰਾਂ ਮਿਲੀਆਂ। ਜੇ ਤਾਰਾਂ ਚੁੱਕ ਲਈਆਂ ਗਈਆਂ ਸਨ ਅਤੇ ਬਿਜਲੀ ਦੇ ਖੰਭੇ ਪੁੱਟ ਲਏ ਗਏ ਸਨ ਤਾਂ ਉਹ ਕਿਸ ਸਮੇਂ ਕੀਤਾ ਗਿਆ। ਕਈ ਵੱਡੇ ਸਵਾਲ ਇਹ ਵੀ ਖੜੇ ਹੁੰਦੇ ਨੇ ਕਿ ਜਦੋਂ ਤਾਰਾਂ ਦੇ ਵਿੱਚ ਬੱਚਾ ਲਿਪਟਿਆ ਸੀ ਤਾਂ ਬੱਚਾ ਪੁਲਿਸ ਨੂੰ ਆ ਕੇ ਕਦੋਂ ਬਰਾਮਦ ਕੀਤਾ ਗਿਆ ਪੁਲਿਸ ਦੇ ਵੱਲੋਂ ਬੱਚੇ ਦੀ ਲਾਸ਼ ਨੂੰ, ਅਤੇ ਉਸ ਤੋਂ ਬਾਅਦ ਤਾਰਾਂ ਕਿਉਂ ਚੱਕੀਆਂ ਗਈਆਂ, ਕਿਹਨੇ ਚੱਕੀਆਂ ਸੀ ਉਹ। ਪੁਲਿਸ ਦੇ ਵੱਲੋਂ ਇਹ ਸਾਰੀਆਂ ਘਟਨਾਵਾਂ ਨੂੰ ਲੈ ਕੇ ਜਾਂ ਤਾਂ ਜਾਣ-ਬੁੱਝ ਕੇ ਸਹੀ ਤਰੀਕੇ ਦੇ ਨਾਲ ਜਾਂਚ ਨਹੀਂ ਕੀਤੀ ਗਈ ਜਾਂ ਫਿਰ ਬਹੁਤ ਸਾਰੀਆਂ ਗਲਤੀਆਂ ਛੱਡਦੀ ਆਈ ਹੈ ਪੁਲਿਸ ਅਤੇ ਡਾਕਟਰਾਂ ਤੇ ਗਲਤ ਰਿਪੋਰਟ ਬਣਾਉਣ ਦੇ ਇਲਜ਼ਾਮ ਵੀ ਲੱਗੇ ਨੇ। ਵਕੀਲ ਸਾਹਿਬ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਡਾਕਟਰਾਂ ਅਤੇ ਪੁਲਿਸ ਨੇ ਜਾਣ-ਬੁੱਝ ਕੇ ਗਲਤ ਰਿਪੋਰਟ ਬਣਾਈ ਹੈ। ਹਰਚਰਨ ਸਿੰਘ ਦੇ ਕਤਲ ਕੇਸ ਨੂੰ ਕਿਸੇ ਹੋਰ ਮੋੜ ਤੇ ਪਹੁੰਚਾਉਣ ਦੇ ਲਈ ਅਜਿਹੀਆਂ ਹਰਕਤਾਂ ਕੀਤੀਆਂ ਗਈਆਂ ਨੇ। ਮੁੱਠੀਆਂ ਦੇ ਵਿੱਚ ਹਰਚਰਨ ਸਿੰਘ ਨੇ ਫਸਲ ਨੂੰ ਫੜਿਆ ਹੋਇਆ ਸੀ ਆਪਣੀ ਜਾਨ ਬਚਾਉਣ ਦੇ ਲਈ, ਜਿਵੇਂ ਉਹ ਕਿਸੇ ਚੀਜ਼ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਹੋਣਾ, ਪਰ ਉਸ ਦੀਆਂ ਚੀਕਾਂ ਨਿਕਲ ਰਹੀਆਂ ਹੋਣਗੀਆਂ ਜਿਸ ਤਰ੍ਹਾਂ ਦੇ ਨਾਲ ਉਸ ਬੱਚੇ ਦੇ ਨਾਲ, ਨੌਜਵਾਨ ਮੁੰਡੇ ਦੇ ਨਾਲ ਤਸ਼ੱਦਦ ਕੀਤੀ ਗਈ ਹੈ। ਕਰੰਟ ਲਗਾ ਕੇ ਮਾਰਿਆ ਗਿਆ, ਬਾਂਹ ਤੋਂ ਖੂਨ ਨਿਕਲ ਰਿਹਾ ਸੀ, ਨੀਲ ਪਏ ਹੋਏ ਸਨ ਸਰੀਰ ਤੇ, ਪਿੱਠ ਤੇ, ਮੂੰਹ ਤੇ, ਗੱਲਾਂ ਤੇ ਅਤੇ ਉਸ ਦੀ ਗਰਦਨ ਤੱਕ ਟੁੱਟੀ ਹੋਈ ਸੀ। 8 ਵਜੇ ਦਾ ਗਿਆ ਮੁੰਡਾ ਜਦੋਂ 2 ਦਿਨ ਤੱਕ ਨਹੀਂ ਮਿਲਿਆ ਤਾਂ ਘਰਦਿਆਂ ਨੇ ਰੋ ਕੇ ਥਾਣੇ ਜਾ ਕੇ ਬਾਰ-ਬਾਰ ਅਪੀਲ ਕੀਤੀ ਤਾਂ ਕਿਤੇ ਜਾ ਕੇ ਪੁਲਿਸ ਨੇ ਹਰਚਰਨ ਦੀ ਲਾਸ਼ ਨੂੰ ਲੱਭਣ ਦੇ ਵਿੱਚ ਥੋੜੀ ਬਹੁਤੀ ਸੰਜੀਦਗੀ ਦਿਖਾਈ, ਪਰ ਇੰਨੀ ਬੇਰਹਿਮੀ ਦੇ ਨਾਲ ਕਤਲ ਹੋਣ ਤੋਂ ਬਾਅਦ ਵੀ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਜ਼ਾਹਿਰ ਹੈ ਕਿ ਇਹ ਬਿਲਕੁਲ ਕਤਲ ਕੀਤਾ ਗਿਆ ਸੀ ਜਿਵੇਂ ਕਿ ਦਾਅਵਾ ਕੀਤਾ ਜਾ ਰਿਹਾ, ਪਰ ਇਸ ਦੇ ਬਾਵਜੂਦ ਵੀ ਹੁਣ ਤੱਕ ਇਸ ਮਾਮਲੇ ਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ। ਸਿਰਫ ਆਪਣਾ ਪੱਲਾ ਝਾੜਨ ਦੇ ਲਈ ਪੁਲਿਸ ਦੇ ਵੱਲੋਂ ਹੋ ਸਕਦਾ ਹੈ ਕਿ ਹਰਚਰਨ ਦੀ ਉਸ ਪ੍ਰੇਮਿਕਾ ਅਤੇ ਮਾਤਾ ਨੂੰ ਗ੍ਰਿਫਤਾਰ ਕੀਤਾ ਹੋਵੇ, ਪਰ ਕੁਝ ਹੀ ਪਲਾਂ ਦੇ ਵਿੱਚ, ਕੁਝ ਹੀ ਸਮੇਂ ਦੇ ਵਿੱਚ ਛੱਡ ਦਿੱਤਾ। ਘਰ ਦੇ ਵਿੱਚ ਇਸ ਸਮੇਂ ਵੀ ਉਹ ਸਾਰਾ ਪਰਿਵਾਰ ਉਸੇ ਤਰ੍ਹਾਂ ਮੌਜੂਦ ਹੈ। ਸੰਗੀਨ ਧਾਰਾਵਾਂ ਲੱਗ ਚੁੱਕੀਆਂ ਨੇ, 302 ਦਾ ਪਰਚਾ ਹੋ ਚੁੱਕਿਆ ਹੈ, ਮਰਡਰ ਕੇਸ ਪੈ ਚੁੱਕਿਆ, ਪਰ ਫਿਰ ਵੀ ਆਖਿਰਕਾਰ ਕਾਰਵਾਈ ਕਿਉਂ ਰੁਕੀ ਹੋਈ ਹੈ। ਲੋਕਾਂ ਨੂੰ ਇਹ ਗੱਲ ਸਮਝ ਤੋਂ ਬਾਹਰ ਹੁੰਦੀ ਜਾ ਰਹੀ ਹੈ ਕਿ ਕ੍ਰਾਈਮ ਬ੍ਰਾਂਚ ਦੇ ਕੋਲ ਮਾਮਲਾ ਪਹੁੰਚ ਚੁੱਕਿਆ ਹੈ। ਹਰਚਰਨ ਸਿੰਘ ਦਾ ਫੋਨ ਕ੍ਰਾਈਮ ਬ੍ਰਾਂਚ ਦੇ ਕੋਲ ਹੈ। ਕੁੜੀ ਦੀ ਆਖਰੀ ਕਾਲ ਰਿਕਾਰਡਿੰਗ ਹੈ ਜਿਹੜੀ ਕਿ ਜਾ ਕੇ ਗੰਨੇ ਦੇ ਖੇਤ ਦੇ ਵਿੱਚ ਦੇਖੋ ਹਰਚਰਨ ਸਿੰਘ ਉੱਥੇ ਹੀ ਪਿਆ ਹੋਣਾ। ਕੀ ਇਹਨਾਂ ਸਾਰੀਆਂ ਗੱਲਾਂ ਨੂੰ ਆਧਾਰ ਬਣਾ ਕੇ ਇਸ ਕੇਸ ਦੇ ਵਿੱਚ ਜਲਦੀ ਲੜਾਈ ਨਹੀਂ ਲੜਨੀ ਚਾਹੀਦੀ? ਕੀ ਇਸ ਦੇ ਵਿੱਚ ਪੁਲਿਸ ਨੂੰ ਕਾਲੀ ਨਹੀਂ ਕਰਨੀ ਚਾਹੀਦੀ ਤਾਂ ਕਿ ਜਲਦ ਤੋਂ ਜਲਦ ਇਨਸਾਫ ਮਿਲ ਸਕੇ? ਹਰਚਰਨ ਸਿੰਘ ਦਾ ਫੋਨ ਆਫ ਹੋ ਕੇ ਔਨ ਹੋ ਜਾਂਦਾ ਹੈ। ਕਿਸਨੇ ਕੀਤਾ ਉਸ ਨੂੰ ਆਫ ਅਤੇ ਕਿਵੇਂ ਉਹ ਫੋਨ ਔਨ ਹੋ ਗਿਆ? ਇਹ ਵੀ ਹੁਣ ਗੱਲ ਸਾਹਮਣੇ ਆਈ ਹੈ ਕਿ ਜਿਸ ਸਮੇਂ ਕੁੜੀ ਨੇ ਗੱਲ ਕੀਤੀ ਹੈ ਮੁੰਡੇ ਦੇ ਨਾਲ, ਪੋਸਟਮਾਰਟਮ ਦੀ ਰਿਪੋਰਟ ਦੇ ਅਨੁਸਾਰ ਉਸ ਸਮੇਂ ਤੱਕ ਹਰਚਰਨ ਸਿੰਘ ਦੀ ਮੌਤ ਹੋ ਚੁੱਕੀ ਸੀ। ਕੁੜੀ ਦੇ ਵੱਲੋਂ ਐਡਾ ਵੱਡਾ ਝੂਠ ਕਿਉਂ ਬੋਲਿਆ ਜਾ ਰਿਹਾ, ਜਾਂ ਫਿਰ ਵਾਕਈ ਹੀ ਉਸਨੇ ਕਿਸੇ ਹੋਰ ਨਾਲ ਗੱਲ ਕੀਤੀ ਸੀ?
ਇਸ ਮਾਮਲੇ ਦੇ ਵਿੱਚ ਸੀਬੀਆਈ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਖੁੱਲ੍ਹ ਕੇ ਸੱਚ ਸਾਹਮਣੇ ਆ ਸਕੇ। ਜਿਹੜੀਆਂ ਗੱਲਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਗੱਲਾਂ ਸਾਹਮਣੇ ਆਣ, ਇੱਕ ਬੱਚੇ ਨੂੰ ਅਤੇ ਪਰਿਵਾਰ ਨੂੰ ਇਨਸਾਫ ਮਿਲੇ ਅਤੇ ਨਾਲ ਹੀ ਸਮਾਜ ਦੇ ਵਿੱਚ ਇਹ ਉਮੀਦ ਜਾਗੇ ਕਿ ਕੋਈ ਵੀ ਇਨਸਾਨ ਗਲਤ ਕੰਮ ਕਰਕੇ ਬਚ ਨਹੀਂ ਸਕਦਾ ਅਤੇ ਕਿਸੇ ਵੀ ਸਹੀ ਬੰਦੇ ਦੇ ਨਾਲ ਗਲਤ ਕੰਮ ਕਦੇ ਵੀ ਪ੍ਰਸ਼ਾਸਨ ਨਹੀਂ ਹੋਣ ਦੇਵੇਗਾ। ਜੇਕਰ ਇਹ ਮਿਸਾਲ ਕਾਇਮ ਕਰਦੀ ਹੈ यूपी पुलिस, यूपी प्रशासन, यूपी ਸਰਕਾਰ ਤਾਂ ਵਾਕਈ ਹੀ ਮੰਨਿਆ ਜਾਵੇਗਾ ਕਿ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ। ਪਰ ਜੇਕਰ ਇਸ ਮਾਮਲੇ ਦੇ ਵਿੱਚ ਇਨਸਾਫ ਨਹੀਂ ਮਿਲਦਾ ਤਾਂ ਲੋਕਾਂ ਦੀਆਂ ਉਮੀਦਾਂ ਤਾਂ ਟੁੱਟਣਗੀਆਂ ਹੀ, ਇਸ ਦੇ ਨਾਲ-ਨਾਲ ਉਹਨਾਂ ਦੇ ਵਿੱਚੋਂ ਇਹ ਡਰ ਵੀ ਖਤਮ ਹੋ ਜਾਵੇਗਾ ਕਿ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨ ਦੀ ਜ਼ਿੰਮੇਵਾਰੀ ਉਹਨਾਂ ਦੀ ਖੁਦ ਦੀ ਬਣਦੀ ਹੈ। ਪ੍ਰਸ਼ਾਸਨ ਇਸ ਦੇ ਵਿੱਚ ਜੇਕਰ ਸਹਿਯੋਗ ਨਹੀਂ ਦੇਵੇਗਾ, ਭਲਾਈ ਦੇ ਰਸਤੇ ਤੇ ਲੋਕਾਂ ਨੂੰ ਚਲਾਉਣ ਦੇ ਵਿੱਚ ਸਹਿਯੋਗ ਨਹੀਂ ਦੇਵੇਗਾ ਤਾਂ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਮਾੜੇ ਦਿਨ ਦੇਖਣੇ ਪੈਣ। ਕੁੜੀ ਕਹਿੰਦੀ ਹੈ ਕਿ ਗੰਨੇ ਦੇ ਖੇਤ ਦੇ ਵਿੱਚ ਪਿਆ ਹਰਚਰਨ ਸਿੰਘ, ਸਬੂਤ ਮਿਟਾਉਣ ਵਾਲਿਆਂ ਤੇ ਆਖਿਰਕਾਰ ਕਾਰਵਾਈ ਹੋਵੇਗੀ ਜਾਂ ਫਿਰ ਨਹੀਂ। ਇਸ ਸਾਰੇ ਮਾਮਲੇ ਦੇ ਉੱਪਰੋਂ ਪਰਦਾ ਕਦੋਂ ਹਟੇਗਾ? ਕਦੋਂ ਇਸ ਮਾਮਲੇ ਦੇ ਵਿੱਚ ਕਿਸੇ ਨੂੰ ਗ੍ਰਿਫਤਾਰ ਕੀਤਾ ਜਾਵੇਗਾ? ਕੀ ਬਣਦੀ ਕਾਰਵਾਈ ਪੁਲਿਸ ਦੇ ਵੱਲੋਂ ਪੂਰੀ ਕੀਤੀ ਜਾਵੇਗੀ ਜਾਂ ਫਿਰ ਨਹੀਂ? ਜਦੋਂ ਇਸ ਨੂੰ ਵਕੀਲ ਸਾਹਿਬ ਦੇ ਵੱਲੋਂ ਕਿਹਾ ਜਾ ਰਿਹਾ ਹੈ, ਖੁਲਾਸਾ ਕੀਤਾ ਜਾ ਰਿਹਾ ਹੈ ਕਿ ਇਹ ਮਰਡਰ ਹੈ, ਤਾਂ ਫਿਰ ਉਸ ਦੇ ਬਾਵਜੂਦ ਵੀ ਹੁਣ ਤੱਕ ਗ੍ਰਿਫਤਾਰ ਕਿਸੇ ਨੂੰ ਕਿਉਂ ਨਹੀਂ ਕੀਤਾ ਗਿਆ? ਪੁਲਿਸ ਦੇ ਵੱਲੋਂ ਪਰਚੇ ਸਾਰੇ ਦਰਜ ਕੀਤੇ ਗਏ ਨੇ ਪਰ ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਕਿਉਂ ਨਹੀਂ ਹੋਈ? ਕਿ ਹਰ ਵਾਰ ਇਨਸਾਫ ਲੈਣ ਦੇ ਲਈ ਥਾਣਿਆਂ ਦੇ ਮੂਹਰੇ ਹਜ਼ਾਰਾਂ ਬੰਦਿਆਂ ਨੂੰ ਜਾ ਕੇ ਬੈਠਣਾ ਪਵੇਗਾ ਜਾਂ ਫਿਰ ਪੁਲਿਸ ਅਤੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਖੁਦ ਸਮਝਣਗੇ? ਇਸ ਮਾਮਲੇ ਦੇ ਵਿੱਚ ਅਜਿਹੇ ਰੂਹ ਕੰਬਾਊ ਖੁਲਾਸੇ ਰੋਜ਼-ਰੋਜ਼ ਹੋ ਰਹੇ ਨੇ ਕਿ ਦਿਲ ਛੰਨੀ ਹੋ ਜਾਂਦਾ ਹੈ। ਸੋਚਣਾ ਬਣਦਾ ਹੈ ਕਿ ਇਸ ਹਾਲਾਤ ਦੇ ਵਿੱਚ ਉਸ ਪਰਿਵਾਰ ਦਾ ਕੀ ਹੱਲ ਹੋਵੇਗਾ ਜਿਨ੍ਹਾਂ ਦੇ ਘਰ ਦਾ ਛੋਟਾ ਜਿਹਾ ਬੱਚਾ, ਉਹਨਾਂ ਦਾ ਲਾਡਲਾ ਮੁੰਡਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ। ਉਸ ਦੇ ਅੰਤਿਮ ਸਮੇਂ ਬਾਰੇ ਸੋਚ ਕੇ ਉਹਨਾਂ ਦੀ ਰੂਹ ਕੰਬ ਜਾਂਦੀ ਹੋਣੀ ਹੈ। ਉਸ ਦੀ ਲਾਸ਼ ਨੂੰ ਦੇਖਦੇ ਉਹ ਕਿੰਨਾ ਰੋਏ ਹੋਣੇ ਨੇ, ਕਿਵੇਂ ਤੜਪੇ ਹੋਣੇ ਨੇ। ਉਸ ਬੱਚੇ ਦਾ ਸਿਰ ਟੁੱਟਿਆ ਹੋਇਆ ਸੀ, ਲੱਤ ਟੁੱਟੀ ਹੋਈ ਸੀ, ਸਰੀਰ ਦੇ ਉੱਪਰ ਨੀਲ ਪਏ ਹੋਏ ਸਨ। ਬਾਂਹ ਤੋਂ ਵੀ ਹੁਣ ਸਾਹਮਣੇ ਆਇਆ ਕਿ ਬਾਂਹ ਤੋਂ ਖੂਨ ਆ ਰਿਹਾ ਸੀ, ਨੱਕ ਤੋਂ ਵੀ ਖੂਨ ਆ ਰਿਹਾ ਸੀ। ਇੰਨੀ ਬੇਰਹਿਮੀ ਦੇ ਨਾਲ ਜੇਕਰ ਕੋਈ ਦਰਿੰਦਾ ਇੰਨੀ ਬੇਰਹਿਮੀ ਕਰਨ ਤੋਂ ਬਾਅਦ ਵੀ ਬਾਹਰ ਘੁੰਮ ਰਿਹਾ ਤਾਂ ਇਹ ਸਮਾਜ ਦੇ ਲਈ ਬਹੁਤ ਹੀ ਜ਼ਿਆਦਾ ਘਾਤਕ ਹੈ, ਖਤਰਨਾਕ ਹੈ। ਉਮੀਦ ਹੈ ਕਿ ਇਸ ਮਾਮਲੇ ਦੇ ਵਿੱਚ ਜਲਦ ਹੀ ਇਨਸਾਫ ਮਿਲੇਗਾ ਅਤੇ ਜਿਹੜੇ ਵੀ ਦਰਿੰਦਿਆਂ ਦੇ ਵੱਲੋਂ ਅਜਿਹੀ ਦਰਿੰਦਗੀ ਕੀਤੀ ਗਈ ਹੈ ਇੱਕ ਮਾਸੂਮ ਬੱਚੇ ਦੇ ਨਾਲ, ਉਹਨਾਂ ਨੂੰ ਸਜ਼ਾ ਜ਼ਰੂਰ ਮਿਲੇਗੀ ਤਾਂ ਕਿ ਅੱਗੇ ਤੋਂ ਸਮਾਜ ਦੇ ਵਿੱਚ ਕੋਈ ਅਜਿਹੀ ਘਟੀਆ ਹਰਕਤ ਕਰਨ ਦੀ ਸੋਚੇ ਤੱਕ ਨਾ।